ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜਿਉ ਰਹਿ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ। ਗੁਰ ਬਿਨ ਅਵਰ ਨ ਜਾਣੈ ਕੋਇ, ਕਹੈ ਨਾਨਕ ਸੁਣੋ ਸੰਤੋ। ਸੋ ਸਿੱਖ ਸਨਮੁਖ ਹੋਏ, ਆਪ ਛੱਡ ਸਦਾ ਰਹਿ ਪਰਣੈ। ਗੁਰ ਬਿਨ ਅਵਰ ਨ ਜਾਣੈ ਕੋਇ, ਕਹੈ ਨਾਨਕ ਸੁਣੋ ਸੰਤੋ। ਸੋ ਸਿੱਖ ਸਨਮੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਨੇ। ਗੁਰੂ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ, ਲਾਹਾ ਖੱਟਿਆ ਹੈ। ਉਪਰੰਤ ਗੁਰਬਾਣੀ ਵਿਚਾਰ ਦੀ ਲੜੀ ਮੁਤਾਬਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ, ਜਿਸ ਬਾਣੀ ਦੀ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਆਪ ਜੀ ਵਿਚਾਰ ਸ਼ਰਵਣ ਕਰਦੇ ਹੋ। 21 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਪਿਛਲੀਆਂ 2 ਪੌੜੀਆਂ ਅੰਦਰ 19 ਔਰ 20 ਨੰਬਰ ਪੌੜੀ ਅੰਦਰ ਸਤਿਗੁਰੂ ਜੀ ਨੇ ਜੀਉ ਮੈਲੇ ਬਾਹਰੋਂ ਨਿਰਮਲ ਔਰ ਜੀਉ ਨਿਰਮਲ ਬਾਹਰੋਂ ਨਿਰਮਲ, ਇਹ 2 ਪੱਖ ਸਾਡੇ ਸਾਹਮਣੇ ਰੱਖੇ। ਇੱਕ ਉਹਨਾਂ ਦੀ ਗੱਲ ਕੀਤੀ ਜਿਹੜੇ ਅੰਦਰੋਂ ਤੇ ਮੈਲੇ ਨੇ ਪਰ ਬਾਹਰੋਂ ਨਿਰਮਲ ਹੋਣ ਦਾ ਵਿਖਾਵਾ ਕਰਦੇ ਨੇ। ਉਹਨਾਂ ਬਾਰੇ ਸਤਿਗੁਰੂ ਨੇ ਕਿਹਾ, ਤਿੰਨੀ ਜਨਮ ਜੂਐ ਹਾਰਿਆ, ਫਿਰੈ ਜਿਉ ਬੇਤਾਲਿਆ, ਮਰਨ ਮਨੋਂ ਵਿਸਾਰਿਆ। ਕਿ ਉਹ ਆਪਣਾ ਜੀਵਨ ਵਿਅਰਥ ਗਵਾਉਂਦੇ ਪਏ ਨੇ, ਮੌਤ ਭੁੱਲੀ ਪਈ ਹੈ, ਜੀਵਨ ਦੀ ਬਾਜੀ ਹਾਰ ਰਹੇ ਨੇ ਤੇ ਬੇਤਾਲੇ ਹੋ ਕੇ ਭਟਕ ਰਹੇ ਹਨ। ਜਿਹੜੇ ਅੰਦਰੋਂ ਮੈਲੇ ਨੇ ਬਾਹਰੋਂ ਨਿਰਮਲ ਹੋਣ ਦਾ ਵਿਖਾਵਾ ਕਰਦੇ ਨੇ। ਫਿਰ ਗੁਰੂ ਮਹਾਰਾਜ ਜੀ ਨੇ ਜ਼ਿਕਰ ਕੀਤਾ ਉਹਨਾਂ ਦਾ ਜਿਹੜੇ ਜੀਓਂ ਵੀ ਨਿਰਮਲ ਨੇ, ਬਾਹਰੋਂ ਵੀ ਨਿਰਮਲ ਨੇ
ਔਰ ਗੁਰੂ ਕੀ ਬਖਸ਼ੀ ਹੋਈ ਕਰਨੀ ਦੇ ਮੁਤਾਬਕ ਜਿਹੜੇ ਜੀਵਨ ਦੀ ਕਮਾਈ ਕਰਦੇ ਨੇ। ਮਹਾਰਾਜ ਕਹਿੰਦੇ ਕੂੜ ਦਾ ਉਹਨਾਂ ਤੇ ਪ੍ਰਭਾਵ ਨਹੀਂ ਪੈ ਸਕਦਾ, ਨਹੀਂ ਪੈਂਦਾ, ਪਰਛਾਵਾਂ ਵੀ ਨਹੀਂ ਪੈਂਦਾ ਹੈ, ਕਿਉਂਕਿ ਉਹ ਮਨਸਾ ਸੱਚ ਸਮਾਣੀ, ਉਹਨਾਂ ਦਾ ਮਨ ਸੱਚ ਦੇ ਵਿੱਚ ਸਮਾਇਆ ਹੋਇਆ ਹੈ। ਐਨ ਅੰਦਰੋਂ ਬਾਹਰੋਂ ਉਹ ਸੱਚ 'ਚ ਓਤ ਪੋਤ ਨੇ, ਸੱਚ ਰੰਗ ਦੇ ਵਿੱਚ ਰੰਗੇ ਹੋਏ ਨੇ। ਵਾਹਿਗੁਰੂ ਦਾ ਨਾਮ ਰਤਨ ਹਿਰਦੇ 'ਚ ਧਾਰਨ ਕਰਕੇ ਉਹ ਜੀਵਨ ਰਤਨ ਨੂੰ ਸਫਲ ਬਣਾਉਂਦੇ ਹਨ, ਭਲੇ ਵਣਜਾਰੇ ਹਨ। ਮਹਾਰਾਜ ਕਹਿੰਦੇ ਸਦਾ ਰਹਿ ਗੁਰ ਨਾਲੇ, ਉਹ ਹਮੇਸ਼ਾ ਗੁਰੂ ਦੇ ਨਾਲ ਜੁੜ ਕੇ ਰਹਿੰਦੇ ਹਨ। ਔਰ ਇਸੇ ਵਿਚਾਰ ਨੂੰ ਅੱਗੇ ਤੋਰਦੇ ਹੋਏ ਗੁਰੂ ਸਾਹਿਬ ਜੀ ਅੱਜ ਦੀ 21 ਨੰਬਰ ਪੌੜੀ ਅੰਦਰ ਫਰਮਾਨ ਕਰਦੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਜੇ ਕੋਈ ਸਿੱਖ ਗੁਰੂ ਦੇ ਸਨਮੁਖ ਹੋਣਾ ਚਾਹੁੰਦਾ ਹੈ, ਤੇ ਸਨਮੁਖ ਕਿੱਦਾਂ ਹੋਇਆ ਜਾ ਸਕਦਾ ਹੈ? ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ ਕਿ ਗੁਰੂ ਦੇ ਸਨਮੁਖ ਹੋਣਾ ਕੀ ਹੈ। ਵੇਖੋ, ਇੱਕ ਤੇ ਜਿਵੇਂ ਆਪਾਂ ਸਰੀਰ ਕਰਕੇ ਇੱਥੇ ਗੁਰੂ ਕੇ ਦਰਬਾਰ 'ਚ ਆਉਂਦੇ ਹਾਂ, ਸਤਿਗੁਰਾਂ ਦੇ ਸਨਮੁਖ ਸੰਗਤ ਰੂਪ 'ਚ ਬਹਿੰਦੇ ਹਾਂ, ਇਹ ਤੇ ਹੈ ਸਰੀਰ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਣਾ। ਇੱਕ ਹੈ ਕਿਸੇ ਵੀ ਜਗ੍ਹਾ ਤੇ ਅਸੀਂ ਹੋਈਏ, ਬੇਸ਼ੱਕ ਇੱਦਾਂ ਫਿਜ਼ੀਕਲ ਰੂਪ ਦੇ ਵਿੱਚ ਗੁਰੂ ਕੀ ਸੰਗਤ, ਗੁਰੂ ਕੇ ਦਰਬਾਰ 'ਚ ਬੰਦਾ ਨਾ ਵੀ ਹਾਜ਼ਰ ਹੋਵੇ, ਪਰ ਫਿਰ ਵੀ ਗੁਰੂ ਦੇ ਸਨਮੁਖ ਹੋਏ। ਉਹ ਕਿੱਦਾਂ ਹੋਇਆ ਜਾ ਸਕਦਾ ਹੈ? ਮਹਾਰਾਜ ਕਹਿੰਦੇ ਜਿਉ ਰਹਿ ਗੁਰ ਨਾਲੇ। ਜੇ ਬੰਦਾ ਅੰਦਰ ਤੋਂ, ਸੁਰਤ ਤੋਂ, ਮਨ ਤੋਂ, ਹਿਰਦੇ ਤੋਂ ਗੁਰੂ ਨਾਲ ਜੁੜਿਆ ਹੈ। ਇੱਕ ਤੇ ਮਨ 'ਚ ਇਹ ਭਰੋਸਾ ਹਮੇਸ਼ਾ ਹੋਵੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਰੋਸਾ ਹੋਵੇ ਸਿੱਖ ਦੇ ਮਨ 'ਚ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਮਰਜੀ ਸਿੱਖ ਭਾਵੇਂ ਕਿਰਤ ਵਿਰਤ ਕਰ ਰਿਹਾ ਹੋਵੇ, ਦੁਕਾਨ ਤੇ ਬੈਠਾ ਕੋਈ ਵਪਾਰ ਕਾਰੋਬਾਰ ਕਰ ਰਿਹਾ ਹੈ, ਜਿਹੜਾ ਜਿਉ ਰਹਿ ਗੁਰ ਨਾਲੇ ਹੈ, ਉਹਨੂੰ ਹਰ ਜਗ੍ਹਾ ਤੇ ਗੁਰੂ ਚੇਤੇ ਹੈ। ਔਰ ਗੁਰੂ ਚੇਤੇ ਹੋਣ ਦਾ ਭਾਵ ਹੈ ਗੁਰੂ ਦਾ ਉਪਦੇਸ਼ ਚੇਤੇ ਹੋਣਾ, ਗੁਰੂ ਦੀ ਸਿੱਖਿਆ ਚੇਤੇ ਹੋਣੀ, ਗੁਰੂ ਦਾ ਗਿਆਨ ਚੇਤੇ ਹੋਣਾ ਕਿ ਗੁਰੂ ਨੇ ਕੀ ਮੇਰੇ ਪ੍ਰਤੀ ਹੁਕਮ ਕੀਤਾ ਹੈ, ਗੁਰੂ ਦੇ ਬਚਨ ਕੀ ਹਨ ਮੇਰੇ ਪ੍ਰਤੀ। ਗੁਰੂ ਦੇ ਬਚਨਾਂ ਦੇ ਸਨਮੁਖ ਹੋਣਾ ਹੀ ਗੁਰੂ ਦੇ ਸਨਮੁਖ ਹੈ। ਗੁਰੂ ਦੇ ਬਚਨਾਂ ਦੇ ਸਨਮੁਖ, ਕਿਉਂਕਿ ਸਤਿਗੁਰੂ ਨੇ ਮੂਲ ਰੂਪ ਦੇ ਵਿੱਚ ਇਹ ਬਚਨ ਵੀ ਕਹੇ ਨੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਤਿਹਾਸ ਦੀਆਂ ਆਪਾਂ ਕੁਝ ਘਟਨਾਵਾਂ ਪੜ੍ਹਦੇ ਹਾਂ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਖਾਲਸੇ ਨੂੰ ਬੜਾ ਮਾਣ ਬਖਸ਼ਿਆ। ਖਾਲਸਾ ਮੇਰੋ ਰੂਪ ਹੈ ਖਾਸ ਦੇ ਬਚਨ ਕਹੇ, ਪੰਜਾਂ ਅੱਗੇ ਝੁਕ ਕੇ ਕਿਹਾ ਕਿ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਪੰਜ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਫਿਰ ਚਮਕੌਰ ਦੇ ਮੈਦਾਨ ਅੰਦਰ ਉਹ ਪੰਜ ਗੁਰੂ ਮਹਾਰਾਜ ਜੀ ਨੂੰ ਹੁਕਮਨਾਮਾ ਵੀ ਸੁਣਾਉਂਦੇ ਨੇ ਕਿ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਵੋ। ਔਰ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਸ ਪੰਥ ਦੇ ਹੁਕਮ ਨੂੰ ਵੀ ਮੰਨਿਆ। ਉਹਦੇ ਤੋਂ ਬਿਨਾਂ ਇੱਕ ਇਤਿਹਾਸ ਅੰਦਰ ਘਟਨਾ ਦਾ ਜ਼ਿਕਰ ਹੈ। ਦਾਦੂ ਦੀ ਸਮਾਧ ਤੇ ਜਦੋਂ ਸਤਿਗੁਰੂ ਗਏ ਤੇ ਇਤਿਹਾਸਕ ਸਰੋਤ ਕਹਿੰਦੇ ਹਨ ਕਿ ਮਹਾਰਾਜ ਨੇ ਉੱਥੇ ਤੀਰ ਦੇ ਨਾਲ ਨਮਸਕਾਰ ਕੀਤੀ। ਹੁਣ ਇੱਕ ਪਾਸੇ ਹੈ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੋ ਦਾਦੂ ਦੀ ਸਮਾਧ ਤੇ ਤੀਰ ਦੇ ਨਾਲ ਨਮਸਕਾਰ ਕਰਦੇ ਹਨ, ਪਰ ਦੂਜੇ ਪਾਸੇ ਹੈ ਗੁਰੂ ਦਾ ਬਚਨ, ਜਾਗਤ ਜੋਤ ਜਪੈ ਨਿਸਬਾਸੁਰ ਏਕ, ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੌਰ ਮੜੀ ਮਟ ਭੂਲ ਨਾ ਮਾਨੈ। ਕਿਸੇ ਮੜੀ ਮਸਾਣ ਨੂੰ ਪੂਜਣਾ ਨਹੀਂ ਹੈ, ਦੁਬਿਧਾ ਨਾ ਪੜੂੰ, ਹਰ ਬਿਨ ਹੋਰ ਨਾ ਪੂਜੂੰ, ਮੜੀ ਮਸਾਣ ਨਾ ਜਾਈ। ਸਿੱਖ ਕਹਿਣ ਲੱਗੇ ਮਹਾਰਾਜ ਇਹ ਤਾਂ ਗੱਲ ਉਲਟ ਹੋ ਗਈ। ਫਿਰ ਮਹਾਰਾਜ ਕਹਿਣ ਲੱਗੇ ਬਸ ਅਸੀਂ ਇੰਨਾ ਹੀ ਵੇਖਣਾ ਚਾਹੁੰਦੇ ਸਾਂ ਕਿ ਸਾਡਾ ਪੰਥ ਕਿੰਨਾ ਕੁ ਸੁਚੇਤ ਹੈ।
ਇਹ ਨਹੀਂ, ਕਿਉਂਕਿ ਅਕਸਰ ਵੇਖੋ ਅਸੀਂ ਕੀ ਕਹਿੰਦੇ ਹਾਂ ਜੀ, ਉਹ ਵੇਖੋ ਜੀ ਉਹ ਬੰਦਾ ਵੀ ਤੇ ਇਹ ਕੰਮ ਕਰਦਾ ਹੀ ਹੈ ਨਾ, ਤੇ ਫਿਰ ਅਸੀਂ ਵੀ ਕਰ ਲਿਆ ਤੇ ਕੀ ਫਰਕ ਪੈ ਗਿਆ। ਸਿੱਖ ਕਿੰਨਾ ਸੁਚੇਤ ਹੋਵੇ ਗੁਰੂ ਕੇ ਬਚਨਾਂ ਦੇ ਪ੍ਰਤੀ। ਜੇ ਕੋਈ ਗੁਰੂ ਦੇ ਬਚਨਾਂ ਤੋਂ ਉਲਟ ਗੁਰੂ ਵੀ ਚੱਲਦਾ ਹੈ ਤੇ ਸਿੱਖ ਉੱਥੇ ਵੀ ਕਵੇ ਇਹ ਗਲਤ ਹੈ। ਮਹਾਰਾਜ ਕਹਿਣ ਲੱਗੇ ਬਸ ਅਸੀਂ ਵੇਖਣਾ ਚਾਹੁੰਦੇ ਸਾਂ ਤੁਸੀਂ ਕਿੰਨੇ ਕੁ ਸੁਚੇਤ ਹੋ, ਔਰ ਤੁਸੀਂ ਗੁਰੂ ਕਿਹਨੂੰ ਮੰਨਦੇ ਹੋ, ਕਿਸੇ ਸਰੀਰ ਨੂੰ ਗੁਰੂ ਮੰਨਦੇ ਹੋ ਕਿ ਬਚਨਾਂ ਨੂੰ ਗੁਰੂ ਮੰਨਦੇ ਹੋ। ਕਿਉਂਕਿ ਗੁਰੂ ਨਾਨਕ ਜੀ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਹੈ, ਸਾਡੇ ਲਈ ਬਾਣੀ ਗੁਰੂ, ਗੁਰੂ ਹੈ ਬਾਣੀ। ਔਰ ਮਹਾਰਾਜ ਕਹਿਣ ਲੱਗੇ ਅਸੀਂ ਪੰਥ ਦੇ ਗੁਨਾਹਗਾਰ ਹਾਂ, ਜੋ ਪੰਥ ਸਾਨੂੰ ਸਜ਼ਾ ਲਾਵੇਗਾ ਉਹ ਅਸੀਂ ਸਜ਼ਾ ਤਨਖਾਹ ਕਬੂਲ ਕਰਾਂਗੇ। ਤੇ ਉੱਥੇ ਫਿਰ ਕਹਿੰਦੇ 5 ਪਿਆਰਿਆਂ ਨੇ ਤਨਖਾਹ ਲਗਾਈ। ਸੋ ਕਹਿਣ ਦਾ ਭਾਵ ਕਿ ਗੱਲ ਗੁਰੂ ਦੇ ਸਨਮੁਖ ਹੋਣ ਦਾ ਭਾਵ ਹੈ ਗੁਰੂ ਦੇ ਬਚਨਾਂ ਦੇ ਸਨਮੁਖ ਹੋਣਾ, ਜੋ ਗੁਰੂ ਨੇ ਬਚਨ ਕਹੇ ਹਨ। ਤੇ ਸਿੱਖ ਕਿਰਤ ਤੇ ਬੈਠਾ ਹੋਵੇ, ਵਪਾਰ ਕਰ ਰਿਹਾ ਹੈ, ਕਾਰੋਬਾਰ ਕਰ ਰਿਹਾ ਹੈ, ਸਫ਼ਰ ਕਰ ਰਿਹਾ ਹੈ, ਜੀਵਨ ਦੇ ਕਿਸੇ ਰਿਸ਼ਤੇ ਦੇ ਵਿੱਚ ਵਿਚਰਦਾ ਪਿਆ ਹੈ, ਹਰ ਜਗ੍ਹਾ ਤੇ ਸਿੱਖ ਨੂੰ ਗੁਰੂ ਦਾ ਬਚਨ ਚੇਤੇ ਹੋਣਾ ਚਾਹੀਦਾ ਹੈ ਕਿ ਮੇਰੇ ਗੁਰੂ ਦਾ ਬਚਨ ਕੀ ਹੈ। ਉਸ ਕਰਮ ਪ੍ਰਤੀ ਜੋ ਕਰਮ ਮੈਂ ਕਰ ਰਿਹਾ ਹਾਂ, ਬਸ ਇਹੀ ਗੁਰੂ ਦੇ ਸਨਮੁਖ ਹੋਣਾ ਹੈ, ਗੁਰੂ ਦੇ ਬਚਨਾਂ ਦੇ ਸਨਮੁਖ ਹੋਣਾ। ਇਹੀ ਹੈ ਜਿਉਂ ਰਹਿ ਗੁਰ ਨਾਲੇ, ਅੰਦਰ ਤੋਂ ਗੁਰੂ ਦੇ ਨਾਲ ਜੁੜ ਕੇ ਰਹਿਣਾ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਹਿਰਦੇ ਕਰਕੇ ਗੁਰੂ ਦੇ ਚਰਨਾਂ ਨੂੰ ਧਿਆਉਣਾ। ਔਰ ਗੁਰੂ ਦੇ ਚਰਨ ਕਿਹੜੇ ਹਨ ਉਹ ਵੀ ਬਾਣੀ ਚੋਂ ਆਪਾਂ ਅਕਸਰ ਪੜ੍ਹਦੇ ਹਾਂ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ। ਤੇ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾਉਣ ਦਾ ਭਾਵ ਹੈ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰੂ ਕਹਿੰਦਾ ਹੈ ਉਹਨੂੰ ਅੰਤਰ ਆਤਮੈ ਸੰਭਾਲੈ। ਜਿਹੜੀ ਸਿੱਖਿਆ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਸਿੱਖ ਉਹ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਰੱਖੇ, ਜਿੱਥੇ ਮਰਜੀ ਵਿਚਰੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀਆਂ ਤੇ ਵਿਚਰਦੇ ਸਨ, ਕਿਸੇ ਜਗ੍ਹਾ ਤੋਂ ਅੱਗੇ ਚੱਲਣਾ, ਗੁਰੂ ਦੀਆਂ ਪਿਆਰ ਭਿੱਜੀਆਂ ਸੰਗਤਾਂ ਨੇ ਜਦੋਂ ਸਤਿਗੁਰਾਂ ਨੂੰ ਕਹਿਣਾ ਜੀ ਤੁਸੀਂ ਚੱਲੇ ਹੋ, ਸਾਡਾ ਕੀ ਬਣੇਗਾ ਮਗਰੋਂ, ਤੇ ਮਹਾਰਾਜ ਨੇ ਕਹਿਣਾ ਤੁਸੀਂ ਬਾਣੀ ਦੇ ਨਾਲ ਜੁੜੋ, ਸ਼ਬਦ ਦੇ ਨਾਲ ਜੁੜੋ। ਬਾਣੀ ਹੀ ਗੁਰੂ ਹੈ, ਤੇ ਜੇ ਤੁਸੀਂ ਬਾਣੀ ਦੇ ਨਾਲ ਜੁੜੇ ਹੋ ਤੇ ਸਮਝੋ ਗੁਰੂ ਹਮੇਸ਼ਾ ਤੁਹਾਡੇ ਨਾਲ ਹੈ। ਤੇ ਕੋਈ ਬੰਦਾ ਸਰੀਰ ਕਰਕੇ ਗੁਰੂ ਕੇ ਦਰਬਾਰ 'ਚ ਵੀ ਪਹੁੰਚ ਜਾਏ, ਜੇ ਗੁਰੂ ਦੇ ਬਚਨ ਤੋਂ ਟੁੱਟਿਆ, ਗੁਰੂ ਦੀ ਬਾਣੀ ਤੋਂ, ਸ਼ਬਦ ਤੋਂ ਟੁੱਟਿਆ ਪਿਆ ਹੈ, ਸਮਝੋ ਉਹ ਗੁਰੂ ਤੋਂ ਟੁੱਟਿਆ ਪਿਆ ਹੈ, ਉਹ ਗੁਰੂ ਤੋਂ ਟੁੱਟਿਆ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਤੁਸੀਂ ਸ਼ਬਦ ਦੇ ਨਾਲ ਜੁੜੋ। ਗੁਰੂ ਹਮੇਸ਼ਾ ਹੀ ਸਿੱਖ ਦੇ ਅੰਗ ਸੰਗ ਹੈ, ਕਦੇ ਸਿੱਖ ਤੋਂ ਗੁਰੂ ਦੂਰ ਨਹੀਂ ਜਾਂਦਾ। ਪਰ ਸਿੱਖ ਦੇ ਲਈ ਜ਼ਰੂਰੀ ਹੈ ਕਿ ਅੰਤਰ ਆਤਮੈ ਸੰਭਾਲੇ, ਹਮੇਸ਼ਾ ਅੰਤਰ ਆਤਮੇ ਗੁਰੂ ਕੇ ਸ਼ਬਦ ਨੂੰ ਸਿੱਖ ਧਾਰਨ ਕਰਕੇ ਰੱਖੇ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਇ। ਆਪਣਾ ਆਪਾ ਭਾਵ ਛੱਡ ਕੇ, ਕਿਉਂਕਿ ਸਿੱਖੀ ਦਾ ਮਾਰਗ ਨਿਮਰਤਾ ਦਾ ਮਾਰਗ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇੱਥੇ ਸਤਿਗੁਰੂ ਵਾਰ-ਵਾਰ ਗਰੀਬੀ ਦੀ ਗੱਲ ਕਰਦੇ ਹਨ, ਅੰਦਰ ਦੀ ਨਿਮਰਤਾ ਦੀ ਗੱਲ। ਭਾਈ ਗੁਰਦਾਸ ਸਾਹਿਬ ਕਹਿੰਦੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਸਿੱਖ ਦਾ ਜੀਵਨ ਵੀ ਇਸੇ ਤਰ੍ਹਾਂ ਦਾ ਹੋਵੇ, ਗੁਰਸਿੱਖੀ ਦੀ ਇਹੋ ਨਿਸ਼ਾਨੀ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ। ਜਦੋਂ ਆਪਾਂ ਮੂਲ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਰੂਪ ਦੇ ਵਿੱਚ ਵੀ ਦਰਸ਼ਨ ਕਰੀਏ ਨਾ, ਇੱਕ ਤੇ ਸਭ ਤੋਂ ਵੱਧ ਜੇ ਕੋਈ ਚੀਜ਼ ਧਾਰਨ ਕਰਨ ਦਾ ਉਪਦੇਸ਼ ਬਾਣੀ ਚੋਂ ਮਿਲਦਾ ਹੈ ਉਹ ਹੈ ਨਾਮ। ਵਾਰ-ਵਾਰ ਸਤਿਗੁਰੂ ਕਹਿੰਦੇ ਨਾਮ ਦੇ ਨਾਲ ਜੁੜ, ਨਾਮ ਦਾ ਧਾਰਨੀ ਬਣ, ਸਿਮਰਨ ਦਾ ਧਾਰਨੀ ਬਣ। ਤੇ ਜੇ ਬਾਣੀ ਚੋਂ ਕੁਝ ਛੱਡਣ ਦੀ ਗੱਲ ਕੀਤੀ ਗਈ ਹੈ ਨਾ, ਸਭ ਤੋਂ ਵੱਧ ਵਾਰ ਜੇ ਕਿਸੇ ਚੀਜ਼ ਦਾ ਤਿਆਗ ਕਰਨ ਦਾ ਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਹੈ ਹਉਮੈ ਦਾ ਤਿਆਗ, ਹੰਕਾਰ ਦਾ ਤਿਆਗ, ਮਾਣ ਦਾ ਤਿਆਗ,
ਗਰਭ ਦਾ ਤਿਆਗ, ਅਹੰ ਦਾ ਤਿਆਗ। ਵਾਰ-ਵਾਰ ਸਤਿਗੁਰੂ ਕਹਿੰਦੇ ਹਨ ਕਿ ਹਉਮੈ ਹੰਕਾਰ ਦਾ ਤਿਆਗ ਕਰ, ਮੈਂ ਮੇਰੀ ਦਾ ਤਿਆਗ ਕਰ। ਆਪਾ ਭਾਵ ਛੱਡ, ਕਬੀਰ ਗਰਭ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ। ਕਬੀਰ ਗਰਭ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉ ਕੰਚਰੀ ਭਯੰਗ। ਕਿੰਨੇ ਬਚਨ ਮਹਾਰਾਜ ਨੇ ਹੰਕਾਰ ਛੱਡਣ ਦੇ ਕੀਤੇ ਹਨ ਕਿ ਨਿਮਰਤਾ ਧਾਰਨ ਕਰਕੇ ਰੱਖੋ, ਕਿਉਂਕਿ ਮਨੁੱਖੀ ਸੁਭਾਅ ਹੈ। ਹਉਮੈ ਰੋਗ ਮਾਨੁਖ ਕੋ ਦੀਨਾ, ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ। ਸਾਡਾ ਇੱਕ ਸੁਭਾਅ ਹੈ ਕਿ ਜਬ ਕਛ ਪਾਵੈ ਤਬ ਗਰਭ ਕਰਤ ਹੈ। ਬੰਦੇ ਨੂੰ ਕੋਈ ਛੋਟੀ ਤੋਂ ਛੋਟੀ ਪ੍ਰਾਪਤੀ ਹੋ ਗਈ, ਕੋਈ ਧਨ ਮਿਲ ਗਿਆ ਤਾਂ ਹੰਕਾਰੀ, ਮਾਣ ਸਨਮਾਨ ਮਿਲ ਗਿਆ ਬੰਦਾ ਤਾਂ ਹੰਕਾਰੀ, ਜੇ ਕਿਸੇ ਨੇ ਵਡਿਆਈ ਕਰ ਦਿੱਤੀ ਤਾਂ ਹੰਕਾਰੀ, ਕੋਈ ਸੁੱਖ ਮਿਲ ਗਿਆ ਤਾਂ ਹੰਕਾਰੀ। ਬਹੁਤ ਜਲਦੀ ਮਨੁੱਖ ਹੰਕਾਰ ਦੀ ਪਕੜ ਦੇ ਵਿੱਚ ਆਉਂਦਾ ਹੈ। ਵਿਕਾਰਾਂ ਚੋਂ ਵੀ ਸਤਿਗੁਰੂ ਕਹਿੰਦੇ ਸਾਰਾ ਕੁਝ ਛੱਡ ਕੇ ਇਹ ਫੇਰ ਹੰਕਾਰ ਨੂੰ ਛੱਡ ਨਹੀਂ ਪਾਉਂਦਾ। ਇਹਦੇ ਮਨ ਅੰਦਰ ਬਾਕੀ ਵਿਕਾਰ ਛੱਡਣ ਦਾ ਹੰਕਾਰ ਆ ਜਾਂਦਾ ਹੈ। ਧਰਮ ਕਰਮ ਵੀ ਕਰਦਾ ਹੈ ਪਰ ਮਨ ਮੈਂ ਧਰੈ ਗੁਮਾਨ, ਮਨ ਚ ਫੇਰ ਹੰਕਾਰ ਕਰ ਲਿਆ ਜੀ ਮੈਂ ਵੇਖੋ ਕਿੰਨੇ ਧਰਮ ਕਰਮ ਕਰਨ ਵਾਲਾ ਹਾਂ। ਇਸੇ ਕਰਕੇ ਕਬੀਰ ਜੀ ਕਹਿੰਦੇ ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨਵਰ ਗਲੈ ਮਾਨ ਸਭੈ ਕੋ ਖਾਏ। ਕਹਿੰਦੇ ਕਈ ਵਾਰ ਬੰਦਾ ਮਾਇਆ ਵੀ ਛੱਡ ਦਿੰਦਾ, ਹਾਲਾਂਕਿ ਮਾਇਆ ਛੱਡਣੀ ਬੜੀ ਔਖੀ ਹੈ। ਮਾਇਆ ਦੀ ਪਕੜ ਸਾਰੀ ਜ਼ਿੰਦਗੀ ਬੰਦਾ ਨਹੀਂ ਛੱਡ ਪਾਉਂਦਾ ਹੈ, ਪਰ ਮਹਾਰਾਜ ਕਹਿੰਦੇ ਮਾਇਆ ਵੀ ਕਈ ਵਾਰ ਬੰਦਾ ਛੱਡ ਦਿੰਦਾ ਹੈ, ਪਰ ਉਹ ਮਾਇਆ ਦਾ ਮਾਣ ਨਹੀਂ ਛੱਡ ਪਾਉਂਦਾ, ਹੰਕਾਰ ਨਹੀਂ ਛੱਡ ਪਾਉਂਦਾ। ਜਦੋਂ ਕੋਲ ਹੈ ਉਦੋਂ ਕੋਲ ਹੋਣ ਦਾ ਹੰਕਾਰ, ਤੇ ਜੇ ਕੁਝ ਟਕੇ ਦਾਨ ਕਰ ਦਿੱਤੇ ਨੇ ਤੇ ਹੁਣ ਦਾਨ ਕਰਨ ਦਾ ਹੰਕਾਰ। ਜੀ ਮੇਰੇ ਵਰਗਾ ਦਾਨੀ ਕੋਈ ਨਹੀਂ। ਹੰਕਾਰ ਪਹਿਲਾਂ ਵੀ ਸੀ, ਹੰਕਾਰ ਹੁਣ ਵੀ ਹੈ। ਜਿਹੜੇ ਹੰਕਾਰ ਦਾ ਤਿਆਗ ਕਰਨਾ ਸੀ ਉਹ ਤੇ ਹੰਕਾਰ ਛੱਡਿਆ ਨਹੀਂ। ਜਿਵੇਂ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ 'ਚ ਇੱਕ ਸੰਨਿਆਸੀ ਆਉਂਦਾ ਹੈ, ਕਾਫੀ ਸਮਾਨ ਉਹਦੇ ਕੋਲ, ਤੇ ਜਦੋਂ ਗੁਰੂ ਕੇ ਦਰਬਾਰ ਆਉਣ ਲੱਗਾ ਮਹਾਰਾਜ ਕਹਿਣ ਲੱਗੇ ਮਹਾਤਮਾ ਜੀ ਜੋ ਕੁਝ ਵੀ ਹੈ ਇਹਨੂੰ ਬਾਹਰ ਛੱਡ ਆਓ। ਇਹਦੇ ਕੋਲ ਜਿਹੜੀਆਂ ਕੋਈ ਇੱਕ ਦੋ ਗੱਠੜੀਆਂ ਸਨ ਇਹਨੇ ਬਾਹਰ ਰੱਖ ਦਿੱਤੀਆਂ। ਹੁਣ ਜ਼ਰੂਰੀ ਸਮਾਨ ਵਾਲੀ ਇੱਕ ਛੋਟੀ ਜਿਹੀ ਗੱਠੜੀ ਕੋਲ, ਹੋਰ ਕੁਝ ਨਹੀਂ। ਜਦੋਂ ਦੁਬਾਰਾ ਅੰਦਰ ਨੂੰ ਦਾਖਲ ਹੋਇਆ ਤੇ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਮਹਾਤਮਾ ਜੀ ਜੋ ਕੁਝ ਵੀ ਹੈ ਬਾਹਰ ਛੱਡ ਆਓ। ਇਹ ਦੂਜੀ ਵਾਰ ਜਿਹੜਾ ਕੋਈ ਥੋੜ ਬਹੁਤ ਸਮਾਨ ਸੀ ਉਹ ਵੀ ਛੱਡ ਆਇਆ, ਕਿਉਂਕਿ ਗੁਰੂ ਦੇ ਬਚਨਾਂ 'ਚ ਬੜੀ ਰਮਜ ਹੈ। ਇਹ ਸਮਝ ਨਹੀਂ ਸਕਿਆ ਕਿ ਸਤਿਗੁਰੂ ਕੀ ਛੱਡਣ ਦੀ ਗੱਲ ਕਰ ਰਹੇ ਨੇ, ਕੀ ਤਿਆਗਣ ਦੀ ਗੱਲ ਕਰ ਰਹੇ ਨੇ। ਦੂਜੀ ਵਾਰ ਵੀ ਹਜੂਰ ਕਹਿਣ ਲੱਗੇ ਜੋ ਹੈ ਬਾਹਰ ਛੱਡ ਆਵੋ, ਤੇ ਜਿਹੜੀ ਕੋਈ ਇੱਕ ਗੱਠੜੀ ਸੀ ਜ਼ਰੂਰੀ ਸਮਾਨ ਵਾਲੀ ਮਹਾਤਮਾ ਉਹ ਵੀ ਬਾਹਰ ਰੱਖ ਆਇਆ। ਤੀਜੀ ਵਾਰੀ ਫੇਰ ਜਦੋਂ ਹਜੂਰ ਦੇ ਦਰਬਾਰ 'ਚ ਦਾਖਲ ਹੋਣ ਲੱਗਾ ਤੇ ਸਤਿਗੁਰੂ ਨੇ ਫੇਰ ਉਹੀ ਬਚਨ ਕਹੇ ਮਹਾਤਮਾ ਜੀ ਜੋ ਕੁਝ ਵੀ ਹੈ ਬਾਹਰ ਛੱਡ ਆਵੋ ਬਾਹਰ। ਹੁਣ ਤੀਜੀ ਵਾਰੀ ਮਹਾਤਮਾ ਫਿਰ ਪਿਛਾਂਹ ਨਹੀਂ ਮੁੜਿਆ, ਕਿਉਂਕਿ ਜਿਹੜੀਆਂ ਗੱਠੜੀਆਂ ਸਮਾਨ ਸੀ ਉਹ ਤੇ ਬਾਹਰ ਛੱਡ ਆਇਆ ਸੀ। ਹੁਣ ਕੁਝ ਹੈ ਹੀ ਨਹੀਂ ਸੀ ਜਿਹੜਾ ਇਹ ਬਾਹਰ ਛੱਡਣ ਦੇ ਲਈ ਜਾਂਦਾ ਬਾਹਰੀ ਤੌਰ ਤੇ। ਇਹ ਕੀ ਕਰਦਾ ਹੈ, ਦੋ ਚਾਰ ਕਦਮ ਤੇਜ਼ੀ ਦੇ ਨਾਲ ਅੱਗੇ ਵੱਧ ਕੇ ਸਤਿਗੁਰਾਂ ਦੇ ਕੋਲ ਆ ਕੇ ਕਹਿਣ ਲੱਗਾ ਜੀ ਸਾਰਾ ਕੁਝ ਤਾਂ ਬਾਹਰ ਛੱਡ ਆਇਆ ਹਾਂ, ਹੁਣ ਤਾਂ ਕੇਵਲ ਮੈਂ ਹੀ ਮੈਂ ਹਾਂ, ਬਾਕੀ ਸਾਰਾ ਕੁਝ ਬਾਹਰ ਛੱਡ ਦਿੱਤਾ, ਕੇਵਲ ਮੈਂ ਹੀ ਮੈਂ। ਮਹਾਰਾਜ ਕਹਿਣ ਲੱਗੇ ਮਹਾਤਮਾ ਜੀ ਜਿਹੜੀ ਮੈਂ ਬਾਹਰ ਛੱਡ ਕੇ ਆਉਣੀ ਸੀ ਉਹ ਮੈਂ ਤਾਂ ਤੁਸੀਂ ਅਜੇ ਵੀ ਅੰਦਰ ਲੈ ਕੇ ਆਏ ਹੋ, ਫਿਰ ਬਾਹਰ ਦੱਸੋ ਕੀ ਛੱਡਿਆ ਹੈ। ਰੇ ਮਨ ਐਸੋ ਕਰ ਸੰਨਿਆਸਾ ਬਨ ਕੇ ਸਦਨ ਸਭੇ ਘਰ ਸਮਝੋ ਮਨ ਹੀ ਮਾਏ ਉਦਾਸ। ਕਬੀਰ ਸਾਹਿਬ ਕਹਿੰਦੇ ਕਬੀਰ ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਏ। ਉੱਥੇ ਇਹ ਭਾਵ ਨਹੀਂ ਹੈ ਕਿ ਜੇ ਆਪਾਂ ਗੁਰੂ ਦਰਬਾਰ 'ਚ ਆਉਂਦੇ ਆ, ਸੰਗਤ 'ਚ ਆਉਂਦੇ ਆ ਤੇ ਕਿਸੇ ਨੂੰ ਨਾਲ ਨਾ ਲਓ। ਉੱਥੇ ਤੇ ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੈ। ਗੁਰਮਤਿ ਨੇ ਤੇ ਕਿਹਾ ਹੈ ਤੂੰ ਜੁੜ
ਤੇ ਵੱਧ ਤੋਂ ਵੱਧ ਦੂਜਿਆਂ ਨੂੰ ਜੋੜ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਪਰ ਉਹ ਕਿਹਦੀ ਗੱਲ ਕਬੀਰ ਸਾਹਿਬ ਕਰਦੇ ਨੇ ਕਿ ਨਾਲ ਨਾ ਲੈ ਕੇ ਆਵੀਂ, ਉਹ ਇਹਨਾਂ ਹੀ ਤੇ ਵਿਸ਼ਿਆ ਵਿਕਾਰਾਂ ਦੀ ਗੱਲ ਕੀਤੀ ਹੈ ਕਿ ਜੇ ਤੂੰ ਗੁਰਸੰਗਤ 'ਚ ਆਉਂਦਾ ਹੈ ਨਾ ਤੇ ਮਨ 'ਚ ਵਾਸ਼ਨਾਵਾਂ ਨੂੰ ਲੈ ਕੇ ਨਾ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾਲ ਲੈ ਕੇ ਨਾ ਆ। ਕਬੀਰ ਸਾਧੂ ਕੋ ਮਿਲਣਾ ਜਾਈਐ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਕੀਜੀਐ ਆਗੈ ਹੋਏ ਸੋ ਹੋਏ। ਫਿਰ ਜਦੋਂ ਕਹਿੰਦੇ ਚੱਲ ਪਏ ਨਾ ਸਾਧੂ ਦੇ ਗੁਰੂ ਦੇ ਰਸਤੇ ਤੇ ਇਹ ਕਿਉਂਕਿ ਰਸਤਾ ਤਾਂ ਆਖਰ ਖੰਨਿਓ ਤਿੱਖੀ ਵਾਲੋ ਨਿੱਕੀ ਵਾਲਾ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ, ਗਲੀ ਮੇਰੀ ਆਓ ਦਾ ਮਾਰਗ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੜ ਆਸ ਦਾ ਰਸਤਾ ਹੈ, ਗੁਰੂ ਦੇ ਸਨਮੁਖ ਹੋ ਕੇ ਚੱਲਣ ਦਾ ਰਸਤਾ। ਤੇ ਮਹਾਰਾਜ ਕਹਿੰਦੇ ਜਦੋਂ ਚੱਲ ਪਿਆ ਨਾ ਤੇ ਫਿਰ ਅੱਗੇ ਇਹ ਨਾ ਸੋਚੀ ਕਿ ਇੰਨਾ ਔਖਾ ਰਸਤਾ ਹੈ, ਫਿਰ ਤੇ ਪਾਛੇ ਪਾਉ ਨਾ ਕੀਜੀਐ ਆਗਿਆ ਹੋਏ ਸੋ ਹੋਏ। ਫਿਰ ਤੇ ਅੱਗੇ ਅੱਗੇ ਚੱਲਦਾ ਜਾ, ਤੂੰ ਚੱਲ ਬਾਂਹ ਗੁਰੂ ਨੇ ਆਪੇ ਹੀ ਫੜ ਲੈਣੀ ਹੈ, ਬਾਂਹ ਪਕੜ ਸਤਿਗੁਰ ਨਿਸਤਾਰਾ। ਮਹਾਰਾਜ ਕਹਿੰਦੇ ਬਸ ਇੰਨੀ ਗੱਲ ਚੇਤੇ ਰੱਖਣੀ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣ। ਆਪਾ ਭਾਵ ਛੱਡ ਕੇ ਹਮੇਸ਼ਾ ਗੁਰੂ ਦੇ ਆਸਰੇ ਚੱਲਣਾ ਹੈ। ਮਾਣ ਨਹੀਂ ਕਰਨਾ ਕਿ ਮੈਂ ਚੱਲ ਪਵਾਂਗਾ, ਬਲਕਿ ਇਹ ਨਿਮਰਤਾ ਅੰਦਰ ਰੱਖਣੀ ਹੈ ਕਿ ਮਾਲਕ ਜੀ ਜਿਵੇਂ ਤੁਸੀਂ ਚਲਾਵੋਗੇ ਉਦਾਂ ਹੀ ਚੱਲਾਂਗੇ। ਜੋ ਤੂੰ ਕਰੈ ਕਰਾਵੈ ਸੁਆਮੀ, ਸਾ ਮਸਲਤ ਪ੍ਰਵਾਨ। ਗੁਰ ਬਿਨ ਅਵਰ ਨਾ ਜਾਣੈ ਕੋਈ, ਸਿੱਖ ਦਾ ਭਰੋਸਾ ਕੇਵਲ ਗੁਰੂ ਤੇ ਹੋਣਾ ਚਾਹੀਦਾ ਹੈ। ਗੁਰੂ ਤੋਂ ਬਿਨਾ ਇੱਧਰ ਉੱਧਰ ਥਾਂ ਥਾਂ ਭਟਕਣ ਵਾਲੀ ਬਿਰਤੀ ਨਾ ਹੋਏ। ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਅਖੀਰ ਚ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹ ਸਨਮੁਖ ਜੇ ਜਿਹੜਾ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਇਹਨਾਂ ਬਚਨਾਂ ਨੂੰ ਮੰਨਦਾ ਹੈ ਜਿਹੜਾ ਗੁਰੂ ਤੋਂ ਬਿਨਾ ਕਿਸੇ ਹੋਰ ਦੂਜੇ ਦਾ ਆਸਰਾ ਨਹੀਂ ਤੱਕਦਾ, ਹਉਮੈ ਛੱਡ ਕੇ ਗੁਰੂ ਦੇ ਚਰਨਾਂ 'ਚ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ, ਸੋ ਸਿੱਖ ਸਨਮੁਖ ਹੋਵੇ। ਉਹ ਸਨਮੁਖ ਹੈ। ਇਹ ਸਨਮੁਖ ਦੀਆਂ ਨਿਸ਼ਾਨੀਆਂ ਨੇ। ਸੋ ਸਤਿਗੁਰੂ ਮਿਹਰ ਕਰਨ। ਭਾਈ ਗੁਰਦਾਸ ਜੀ ਦਾ ਇੱਕ ਜਗ੍ਹਾ ਤੇ ਬਚਨ ਹੈ, ਕਹਿੰਦੇ ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੈ। ਉਹ ਕਹਿੰਦੇ ਇੱਦਾਂ ਸਮਝੋ ਕਿ ਗੁਰੂ ਇੱਕ ਕਬਰ ਹੈ, ਸਿੱਖ ਮੁਰਦਾ ਹੋ ਕੇ ਗੁਰੂ ਰੂਪੀ ਕਬਰ ਦੇ ਵਿੱਚ ਸਮਾ ਜਾਵੇ। ਹੁਣ ਜਿਉਂਦੇ ਤੌਰ ਤੇ ਆਪਾਂ ਘਰ 'ਚ ਰਹਿਣਾ ਹੋਵੇ, ਬੰਦਾ ਹਜ਼ਾਰਾਂ ਤਰ੍ਹਾਂ ਦੀਆਂ ਫਾਰਮੈਲਿਟੀਆਂ ਕਰਦਾ ਹੈ, ਮੇਰਾ ਘਰ ਇੱਦਾਂ ਦਾ ਹੋਵੇ, ਬੈੱਡਰੂਮ ਇੱਦਾਂ ਦਾ ਹੋਵੇ, ਹਰ ਚੀਜ਼ ਬਾਰੇ ਕਿੰਨੀ ਪਲੈਨਿੰਗ ਬੰਦਾ ਕਰਦਾ ਹੈ। ਪਰ ਜਦੋਂ ਮੁਰਦੇ ਨੂੰ ਕਬਰ 'ਚ ਦਫਨਾਉਣਾ ਹੁੰਦਾ, ਫਿਰ ਕੋਈ ਉਹਦੀ ਖੁਆਇਸ਼ ਥੋੜ੍ਹਾ ਹੁੰਦੀ ਹੈ ਕਿ ਮੇਰੇ ਲਈ ਕਿੱਦਾਂ ਦੀ ਕਬਰ ਹੋਵੇ।